ਸਵਾਗਤ ਹੈ ਜੀ ਵੀਡੀਓ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਆਪਣੀ ਡੇਲੀ ਰੂਟੀਨ ਇੰਗਲਿਸ਼ ਵਿੱਚ ਕਿਵੇਂ ਦੱਸ ਸਕਦੇ ਹਾਂ। ਜਦੋਂ ਸਾਨੂੰ ਕੋਈ ਪੁੱਛਦਾ ਹੈ ਕਿ ਤੁਸੀਂ ਸਾਰਾ ਦਿਨ ਕੀ ਕਰਦੇ ਹੋ, ਆਪਣਾ ਦਿਨ ਕਿਵੇਂ ਸ਼ੁਰੂ ਕਰਦੇ ਹੋ ਤੇ ਸ਼ਾਮ ਤੱਕ ਰਾਤ ਤੱਕ ਕੀ ਕਰਦੇ ਹੋ, ਸੋ ਐਸੇ ਕੰਮ ਜੋ ਅਸੀਂ ਰੋਜ਼ ਕਰਦੇ ਹਾਂ, ਡੇਲੀ ਕਰਦੇ ਹਾਂ, ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਉਸ ਐਸੇ ਸਾਰੇ ਕੰਮਾਂ ਨੂੰ ਅਸੀਂ ਡੇਲੀ ਰੂਟੀਨ ਕਹਿੰਦੇ ਹਾਂ। ਸੋ ਡੇਲੀ ਰੂਟੀਨ ਵਿੱਚ ਬਹੁਤ ਸਾਰੇ ਕੰਮ ਹੋ ਸਕਦੇ ਨੇ, ਜਿਵੇਂ ਕਿ ਸਵੇਰੇ ਉੱਠਣਾ, ਖਾਣਾ ਪੀਣਾ, ਨਹਾਣਾ, ਤਿਆਰ ਹੋਣਾ, ਆਫਿਸ ਜਾਣਾ, ਸਕੂਲ ਜਾਂ ਕਾਲਜ ਜਾਣਾ, ਜਾਂ ਘਰ ਦੇ ਕੋਈ ਕੰਮ ਕਰਨਾ, ਫਿਰ ਲੰਚ ਵਗੈਰਾ ਕਰਨਾ, ਫਿਰ ਸ਼ਾਮ ਨੂੰ ਕੋਈ ਚਾय ਵਗੈਰਾ ਲੈ ਲੈਣਾ, ਜਾਂ ਫਿਰ ਬਾਹਰ ਜਾਣਾ, ਕੋਈ ਮਾਰਕੀਟ ਵਿੱਚ ਜਾ ਕੇ ਕੋਈ ਸਮਾਨ ਖਰੀਦਣਾ, ਫੋਨ ਤੇ ਗੱਲ ਕਰ ਲੈਣਾ ਕਿਸੇ ਦੇ ਨਾਲ, ਆਪਣੇ ਫਰੈਂਡਸ ਦੇ ਨਾਲ ਗੱਲਬਾਤ ਕਰ ਲੈਣਾ, ਰਿਸ਼ਤੇਦਾਰ ਰਿਲੇਟਿਵਸ ਦੇ ਨਾਲ ਗੱਲਬਾਤ ਕਰ ਲੈਣਾ, ਰਾਤ ਦਾ ਡਿਨਰ ਕਰਨਾ, ਫਿਰ ਅਸੀਂ ਨੋਰਮਲੀ ਸੋ ਜਾਂਦੇ ਹਾਂ। ਸੋ ਇਹੀ ਡੇਲੀ ਰੂਟੀਨ ਆਮ ਤੌਰ ਤੇ ਹਰ ਇੱਕ ਇਨਸਾਨ ਦੀ ਹੁੰਦੀ ਹੈ। ਕਿਸੇ ਦੀ ਕੋਈ ਰੂਟੀਨ ਕੁਝ ਐਕਸਟਰਾ ਹੋ ਸਕਦੀ ਹੈ, ਕਿਸੇ ਦੀ ਕੋਈ ਰੂਟੀਨ ਘੱਟ ਹੋ ਸਕਦੀ ਹੈ। ਸੋ ਜਦੋਂ ਸਾਨੂੰ ਕੋਈ ਪੁੱਛਦਾ ਹੈ ਕਿ ਤੁਸੀਂ ਸਾਰਾ ਦਿਨ ਕੀ ਕਰਦੇ ਹੋ, ਵਟ ਡੂ ਯੂ ਡੂ ਇਨ ਯੋਰ ਹੋਲ ਡੇ, ਵਟ ਡੂ ਯੂ ਡੂ ਇਨ ਯੋਰ ਐਂਟਾਇਰ ਡੇ, ਸੋ ਉਸ ਕੇਸ ਵਿੱਚ ਆਪਾਂ ਡੇਲੀ ਰੂਟੀਨ ਆਪਣੀ ਕਿਸੇ ਨੂੰ ਵੀ ਦੱਸ ਸਕਦੇ ਹਾਂ ਕਿ ਮੈਂ ਸਭ ਤੋਂ ਪਹਿਲਾਂ ਉੱਠਦਾ ਹਾਂ, ਫਿਰ ਮੈਂ ਬ੍ਰਸ਼ ਕਰਦਾ ਹਾਂ ਐਂਡ ਸ਼ਾਵਰ ਲੈਣਾ ਵਾ, ਫਿਰ ਮੈਂ ਤਿਆਰ ਹੋਣਾ ਵਾ, ਫਿਰ ਮੈਂ ਬ੍ਰੇਕਫਾਸਟ ਕਰਦਾ ਹਾਂ। ਸੋ ਜੋ ਵੀ ਕੰਮ ਤੁਸੀਂ ਰੋਜ਼ ਕਰਦੇ ਹੋ, ਰੋਜ਼ਾਨਾ ਕਰਦੇ ਹੋ, ਡੇਲੀ ਕਰਦੇ ਹੋ, ਐਸੇ ਕੰਮਾਂ ਨੂੰ ਆਪਾਂ ਇੰਗਲਿਸ਼ ਵਿੱਚ ਐਕਸ਼ਨ ਕਹਿ ਦਿੰਦੇ ਹਾਂ, ਐਕਸ਼ਨ। ਸੋ ਜੇ ਤੁਸੀਂ ਆਪਣੀ ਗੱਲ ਕਰ ਰਹੇ ਹੋ ਕਿ ਮੈਂ ਇਹ ਕੰਮ ਕਰਦਾ ਹਾਂ, ਸੋ ਮੈਂ ਯਾਨੀ ਕਿ ਆਈ, ਸੋ ਆਪਣੀ ਗੱਲ ਨੂੰ ਸ਼ੁਰੂ ਕਰਨ ਲਈ ਤੁਸੀਂ ਆਈ ਬੋਲ ਸਕਦੇ ਹੋ। ਆਈ ਤੋਂ ਬਾਅਦ ਤੁਹਾਨੂੰ ਐਕਸ਼ਨ ਯਾਨੀ ਕਿ ਉਹ ਕੰਮ ਬੋਲਣਾ ਪਏਗਾ ਜੋ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਮੈਂ ਇਹ ਕੰਮ ਕਰਦਾ ਹਾਂ। ਸੋ ਆਈ ਐਕਸ਼ਨ, ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਡੇਲੀ ਰੂਟੀਨ ਕਿਸੇ ਨੂੰ ਵੀ ਐਕਸਪਲੇਨ ਕਰ ਸਕਦੇ ਹੋ। ਸੋ ਟਰਾਈ ਕਰਦੇ ਹਾਂ ਕਿ ਆਪਾਂ ਆਪਣੀ ਡੇਲੀ ਰੂਟੀਨ ਇੰਗਲਿਸ਼ ਵਿੱਚ ਕਿਵੇਂ ਦੱਸ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਜਿਵੇਂ ਕਿ ਮੈਂ ਸਵੇਰੇ ਉੱਠਦਾ ਹਾਂ, ਸੋ ਉੱਠਣੇ ਦੀ ਇੰਗਲਿਸ਼ ਹੁੰਦੀ ਹੈ ਵੇਕ ਅਪ ਜਾਂ ਫਿਰ ਗੈਟ ਅਪ। ਸੋ ਨੋਰਮਲੀ ਆਪਾਂ ਵੇਕ ਅਪ ਯੂਜ਼ ਕਰਦੇ ਹਾਂ। ਸੋ ਤੁਸੀਂ ਸਿਰਫ ਇੰਨਾ ਕਹਿਣਾ ਹੈ ਕਿ ਆਈ ਵੇਕ ਅਪ, ਆਈ ਵੇਕ ਅਪ। ਸੋ ਮੈਂ ਉੱਠਦਾ ਹਾਂ। ਤੁਸੀਂ ਸਵੇਰੇ ਉੱਠਦੇ ਹੋ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਹੋ, ਸੋ ਆਈ ਵੇਕ ਅਪ ਇਨ ਦ ਮੋਰਨਿੰਗ। ਜੇ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਤੁਸੀਂ ਬੋਲ ਸਕਦੇ ਹੋ ਆਈ ਵੇਕ ਅਪ ਅਰਲੀ ਇਨ ਦ ਮੋਰਨਿੰਗ। ਸੋ ਇਸ ਤਰੀਕੇ ਦੇ ਨਾਲ ਤੁਸੀਂ ਕਿਸੇ ਨੂੰ ਵੀ ਆਪਣਾ ਡੇਲੀ ਰੂਟੀਨ ਦੇ ਬਾਰੇ ਦੱਸ ਸਕਦੇ ਹੋ ਕਿ ਤੁਸੀਂ ਸਵੇਰੇ ਜਲਦੀ ਉੱਠਦੇ ਹੋ, ਜਾਂ ਫਿਰ ਤੁਸੀਂ ਇੱਥੇ ਟਾਈਮ ਮੈਂਸ਼ਨ ਕਰ ਸਕਦੇ ਹੋ ਕਿ ਤੁਸੀਂ ਕਿੰਨੇ ਵਜੇ ਉੱਠਦੇ ਹੋ। ਸੋ ਆਈ ਵੇਕ ਅਪ ਐਟ 5 o'clock, ਐਟ 6 o'clock। ਸੋ ਇਸ ਤਰੀਕੇ ਨਾਲ ਵੀ ਤੁਸੀਂ ਆਪਣੇ ਟਾਈਮ ਦੇ ਵੀ ਐਗਜ਼ੈਕਟ ਦੱਸ ਸਕਦੇ ਹੋ ਕਿਸੇ ਨੂੰ ਜਦੋਂ ਦੱਸਣਾ ਹੋਏ। ਸੋ ਜਦੋਂ ਤੁਸੀਂ ਐਗਜ਼ੈਕਟ ਟਾਈਮ ਦੱਸਣਾ ਹੈ, ਆਵਰਲੀ ਟਾਈਮ ਆਪਾਂ ਦੱਸਦੇ ਹਾਂ, ਜਿਵੇਂ ਕਿ 6 ਵਜੇ, 7 ਵਜੇ, 10 ਵਜੇ, 11 ਵਜੇ, ਸ਼ਾਮ ਦੇ ਵੀ ਚਾਹੇ 4 ਵਜੇ ਹੋਣ, ਚਾਹੇ 6 ਵਜੇ ਹੋਣ, ਜਦੋਂ ਵੀ ਅਸੀਂ ਕਿਸੇ ਨੂੰ ਟਾਈਮ ਦੱਸਣਾ ਹੈ ਅਸੀਂ ਟਾਈਮ ਤੋਂ ਪਹਿਲਾਂ ਐਟ ਇੱਕ ਪ੍ਰੈਪੋਜੀਸ਼ਨ ਦਾ ਇਸਤੇਮਾਲ ਜ਼ਰੂਰ ਕਰਨਾ ਹੈ। ਸੋ ਆਈ ਵੇਕ ਅਪ ਐਟ, ਸੋ ਇੱਥੇ ਤੁਸੀਂ ਟਾਈਮ ਮੈਂਸ਼ਨ ਕਰ ਸਕਦੇ ਹੋ ਆਈ ਵੇਕ ਅਪ ਐਟ 5 o'clock ਇਨ ਦ ਮੋਰਨਿੰਗ। ਸੋ ਆਈ ਵੇਕ ਅਪ ਐਟ 5 o'clock ਇਨ ਦ ਮੋਰਨਿੰਗ। ਤੋ ਇਸ ਤਰੀਕੇ ਨਾਲ ਤੁਸੀਂ ਦੱਸ ਸਕਦੇ ਹੋ। ਸੋ ਇਸ ਤਰੀਕੇ ਨਾਲ ਆਪਾਂ ਦੱਸ ਸਕਦੇ ਹਾਂ ਕਿ ਮੈਂ ਸਵੇਰੇ 5 ਵਜੇ ਉੱਠਦਾ ਹਾਂ, ਮੈਂ ਸਵੇਰੇ 6 ਵਜੇ ਉੱਠਦਾ ਹਾਂ, ਮੈਂ ਸਵੇਰੇ 7 ਵਜੇ ਉੱਠਦਾ ਹਾਂ। ਉਸ ਤੋਂ ਬਾਅਦ ਅਸੀਂ ਨੋਰਮਲੀ ਬ੍ਰਸ਼ ਕਰਦੇ ਹਾਂ ਔਰ ਤੇ ਨਹਾਉਂਦੇ ਹਾਂ। ਸੋ ਤੁਸੀਂ ਕਹਿ ਸਕਦੇ ਹੋ ਆਫਟਰ ਦੈਟ, ਸੋ ਉੱਠਣ ਤੋਂ ਬਾਅਦ, ਸੋ ਆਪਾਂ ਕਹਿ ਸਕਦੇ ਹਾਂ ਆਫਟਰ ਦੈਟ, ਯਾਨੀ ਕਿ ਉੱਠਣ ਤੋਂ ਬਾਅਦ ਮੈਂ ਬ੍ਰਸ਼ ਕਰਦਾ ਹਾਂ। ਸੋ ਆਈ ਬ੍ਰਸ਼ ਮਾਈ ਟੀਥ। ਸੋ ਆਈ ਬ੍ਰਸ਼ ਮਾਈ ਟੀਥ, ਤੇ ਨਾਲ ਹੀ ਤੁਸੀਂ ਕਹਿ ਸਕਦੇ ਹੋ ਕਿ ਮੈਂ ਨਾਲ ਹੀ ਨਹਾਣਾ ਵਾ। ਸੋ ਨਹਾਣੇ ਦੀ ਇੰਗਲਿਸ਼ ਹੁੰਦੀ ਹੈ, ਜਾਂ ਤੇ ਤੁਸੀਂ ਕਹਿ ਸਕਦੇ ਹੋ ਟੇਕ ਅ ਬਾਥ, ਜਾਂ ਫਿਰ ਤੁਸੀਂ ਬੋਲ ਸਕਦੇ ਹੋ ਟੇਕ ਅ ਸ਼ਾਵਰ। ਸੋ ਆਈ ਬ੍ਰਸ਼ ਮਾਈ ਟੀਥ ਐਂਡ ਟੇਕ ਸ਼ਾਵਰ। ਸੋ ਸ਼ਾਵਰ ਵਰਡ ਤੁਸੀਂ ਯੂਜ਼ ਕਰ ਸਕਦੇ ਹੋ, ਅੱਛਾ ਵਰਡ ਹੈ ਇੰਗਲਿਸ਼ ਦਾ। ਸੋ ਆਈ ਬ੍ਰਸ਼ ਮਾਈ ਟੀਥ ਐਂਡ ਟੇਕ ਸ਼ਾਵਰ। ਸੋ ਬ੍ਰਸ਼ ਕਰਨ ਤੇ ਤਿਆਰ ਹੋਣ ਤੋਂ ਬਾਅਦ ਤੁਸੀਂ ਬ੍ਰਸ਼ ਕਰਨ ਐਂਡ ਨਹਾਉਣ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਆਈ ਗੈਟ ਰੈਡੀ, ਆਈ ਗੈਟ ਰੈਡੀ। ਸੋ ਆਈ ਗੈਟ ਰੈਡੀ, ਦੈਟ ਮੀਨਸ ਕਿ ਮੈਂ ਤਿਆਰ ਹੋ ਜਾਣਾ ਵਾ, ਯਾਨੀ ਕਿ ਕੱਪੜੇ ਵਗੈਰਾ ਚੇਂਜ ਕਰ ਲੈਣਾ ਵਾ, ਜੋ ਵੀ ਆਫਿਸ ਜਾਂ ਫਿਰ ਸਕੂਲ ਦੀ ਯੂਨੀਫਾਰਮ ਹੈ ਮੈਂ ਉਸ ਨੂੰ ਵੇਅਰ ਕਰ ਲੈਣਾ ਵਾ। ਸੋ ਆਈ ਗੈਟ ਰੈਡੀ। ਤੁਸੀਂ ਇੱਥੇ ਬੋਲ ਸਕਦੇ ਹੋ ਆਈ ਗੈਟ ਰੈਡੀ ਫॉर ਸਕੂਲ ਜਾਂ ਫਿਰ ਆਈ ਗੈਟ ਰੈਡੀ ਫॉर ਆਫਿਸ। ਸੋ ਤੁਸੀਂ ਇਸ ਤਰੀਕੇ ਨਾਲ ਵੀ ਬੋਲ ਸਕਦੇ ਹੋ। ਸੋ ਆਈ ਗੈਟ ਰੈਡੀ ਫॉर ਆਫਿਸ। ਸੋ ਆਈ ਗੈਟ ਰੈਡੀ ਫॉर ਆਫਿਸ ਜਾਂ ਫਿਰ ਆਈ ਗੈਟ ਰੈਡੀ ਫॉर ਸਕੂਲ, ਆਈ ਗੈਟ ਰੈਡੀ ਫॉर ਮਾਈ ਵਰਕ, ਕਿਸੇ ਵੀ ਤਰੀਕੇ ਨਾਲ ਆਪਾਂ ਜਵਾਬ ਦੇ ਸਕਦੇ ਹਾਂ। ਸੋ ਇਸ ਤੋਂ ਬਾਅਦ ਫਿਰ ਤੁਸੀਂ ਬੋਲਦੇ ਹੋ ਦੈਨ, ਯਾਨੀ ਕਿ ਬਾਅਦ ਵਿੱਚ। ਸੋ ਤੁਸੀਂ ਕਹਿ ਸਕਦੇ ਹੋ ਦੈਨ, ਫਿਰ ਯਾਨੀ ਕਿ ਇਸ ਤੋਂ ਬਾਅਦ ਮੈਂ ਆਪਣਾ ਨਾਸ਼ਤਾ ਕਰਦਾ ਹਾਂ, ਮੈਂ ਕੋਈ ਬ੍ਰੇਕਫਾਸਟ ਕਰਦਾ ਹਾਂ। ਸੋ ਬ੍ਰੇਕਫਾਸਟ ਕਰਦਾ ਹਾਂ, ਯਾਨੀ ਕਿ ਮੈਂ ਕਹਾਂਗਾ ਆਈ। ਹੁਣ ਬ੍ਰੇਕਫਾਸਟ ਕਰਨਾ ਜਾਂ ਖਾਣਾ ਨੂੰ ਅਸੀਂ ਇੰਗਲਿਸ਼ ਵਿੱਚ ਜਾਂ ਤੇ ਈਟ ਬੋਲ ਦਿੰਦੇ ਹਾਂ, ਜਾਂ ਅਸੀਂ ਟੇਕ ਵੀ ਇਸਤੇਮਾਲ ਕਰ ਵਿੱਚ ਲਿਆ ਕੇ ਆ ਸਕਦੇ ਹਾਂ। ਇਸ ਤੋਂ ਇਲਾਵਾ ਐਡਵਾਂਸ ਵਰਡ ਹੈ ਹੈਵ। ਸੋ ਅਸੀਂ ਹੈਵ ਵੀ ਯੂਜ਼ ਕਰ ਸਕਦੇ ਹਾਂ। ਸੋ ਜਾਂ ਤੇ ਅਸੀਂ ਬੋਲ ਸਕਦੇ ਹਾਂ ਆਈ ਈਟ ਬ੍ਰੇਕਫਾਸਟ, ਜਾਂ ਫਿਰ ਅਸੀਂ ਬੋਲ ਸਕਦੇ ਹਾਂ ਆਈ ਟੇਕ ਬ੍ਰੇਕਫਾਸਟ, ਜਾਂ ਫਿਰ ਅਸੀਂ ਬੋਲ ਸਕਦੇ ਹਾਂ ਆਈ ਹੈਵ ਬ੍ਰੇਕਫਾਸਟ।
ਸੋ ਇਸ ਤਰੀਕੇ ਨਾਲ ਅਸੀਂ ਆਪਣਾ ਦੱਸ ਸਕਦੇ ਹਾਂ ਕਿ ਮੈਂ ਬ੍ਰੇਕਫਾਸਟ ਕਰਦਾ ਹਾਂ। ਸੋ ਬ੍ਰੇਕਫਾਸਟ ਕਰਨ ਤੋਂ ਬਾਅਦ ਫਿਰ ਅਸੀਂ ਸਕੂਲ ਚਲੇ ਜਾਂਦੇ ਹਾਂ, ਕਾਲਜ ਚਲੇ ਜਾਂਦੇ ਹਾਂ, ਜਾਂ ਫਿਰ ਅਸੀਂ ਆਫਿਸ ਚਲੇ ਜਾਂਦੇ ਹਾਂ। ਸੋ ਆਫਿਸ ਜਾਣਾ, ਸਕੂਲ ਜਾਣਾ ਜਾਂ ਫਿਰ ਕਾਲਜ ਜਾਣਾ ਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ ਗੋ। ਸੋ ਵਰਬ ਦੀ ਫਸਟ ਫਾਰਮ ਗੋ ਦਾ ਇਸਤੇਮਾਲ ਹੁੰਦਾ ਹੈ। ਜੋ ਐਕਸ਼ਨ ਸਾਡਾ ਹੈਗਾ ਹੈ ਉਹ ਹੈ ਗੋ। ਸੋ ਮੈਂ ਕਹਿ ਸਕਦਾ ਹਾਂ ਦੈਨ ਆਈ ਗੋ। ਗੋ ਯਾਨੀ ਕਿ ਜਾਂਦਾ ਹਾਂ, ਕਿੱਥੇ ਜਾਣਾ ਹਾਂ? ਟੂ ਆਫਿਸ। ਸੋ ਇਸ ਤਰੀਕੇ ਨਾਲ ਆਪਾਂ ਦੱਸ ਸਕਦੇ ਹਾਂ। ਸੋ ਆਈ ਗੋ ਟੂ ਆਫਿਸ ਜਾਂ ਫਿਰ ਆਈ ਗੋ ਟੂ ਕਾਲਜ ਜਾਂ ਫਿਰ ਆਈ ਗੋ ਟੂ ਸਕੂਲ। ਸੋ ਇਸ ਤਰੀਕੇ ਨਾਲ ਅਸੀਂ ਆਪਣੀ ਡੇਲੀ ਰੂਟੀਨ ਦਾ ਇਸਤੇਮਾਲ ਕਰ ਸਕਦੇ ਹਾਂ। ਸੋ ਇਸ ਤੋਂ ਬਾਅਦ ਦੇਖਦੇ ਹਾਂ, ਸੋ ਸਕੂਲ ਪਹੁੰਚਣ ਤੋਂ ਬਾਅਦ, ਆਫਿਸ ਪਹੁੰਚਣ ਤੋਂ ਬਾਅਦ, ਕਾਲਜ ਪਹੁੰਚਣ ਤੋਂ ਬਾਅਦ। ਸੋ ਜਦੋਂ ਅਸੀਂ ਇੱਦਾਂ ਕਹਿਣਾ ਹੋਵੇ ਕਿ ਆਫਿਸ ਪਹੁੰਚਣ ਤੋਂ ਬਾਅਦ, ਸੋ ਇਸ ਤਰੀਕੇ ਇਹਨੂੰ ਕਹਿੰਦੇ ਹਾਂ ਆਪਾਂ ਆਫਟਰ। ਉਸ ਤੋਂ ਬਾਅਦ ਜੋ ਵੀ ਸਾਡਾ ਐਕਸ਼ਨ ਆਏਗਾ ਉਹਦੇ ਵਿੱਚ ਅਸੀਂ ਆਈਐਨਜੀ ਦਾ ਇਸਤੇਮਾਲ ਕਰਾਂਗੇ। ਸੋ ਐਕਸ਼ਨ ਕੀ ਹੈ? ਰੀਚ, ਉੱਥੇ ਪਹੁੰਚਣਾ। ਸੋ ਆਫਟਰ ਰੀਚਿੰਗ, ਸੋ ਆਫਟਰ ਰੀਚਿੰਗ ਆਫਿਸ, ਇਸੇ ਤਰੀਕੇ ਨਾਲ ਆਪਾਂ ਬੋਲ ਸਕਦੇ ਹਾਂ। ਸੋ ਇਸ ਤੋਂ ਬਾਅਦ ਆਪਾਂ ਨਵਾਂ ਸੈਂਟੈਂਸ ਸ਼ੁਰੂ ਕਰ ਸਕਦੇ ਹਾਂ। ਸੋ ਆਫਟਰ ਰੀਚਿੰਗ ਆਫਿਸ, ਫਿਰ ਮੈਂ ਥੋੜਾ ਜਿਹਾ ਆਫਿਸ ਦਾ ਕੰਮ ਕਰਦਾ ਹਾਂ। ਸੋ ਉਹ ਕੁਝ ਕੰਮ ਕਰਦਾ ਹਾਂ ਜਾਂ ਫਿਰ ਪੜ੍ਹਾਈ ਕਰਦਾ ਹਾਂ। ਸੋ ਮੈਂ ਕਹਿ ਸਕਦਾ ਹਾਂ ਆਫਟਰ ਰੀਚਿੰਗ ਆਫਿਸ ਆਈ ਵਰਕ ਫॉर ਸਮ ਟਾਈਮ। ਜੇ ਤੁਸੀਂ ਸਟੂਡੈਂਟ ਹੋ, ਤੁਸੀਂ ਕਹਿ ਸਕਦੇ ਹੋ ਕਿ ਆਫਟਰ ਰੀਚਿੰਗ ਸਕੂਲ, ਆਫਟਰ ਰੀਚਿੰਗ ਕਾਲਜ ਆਈ ਸਟੱਡੀ ਫॉर ਸਮ ਟਾਈਮ। ਜੋ ਸਟੂਡੈਂਟ ਨੇ ਉਹ ਸਟੱਡੀ ਦਾ ਇਸਤੇਮਾਲ ਕਰ ਸਕਦੇ ਨੇ, ਸਟੱਡੀ ਵਰਡ ਯੂਜ਼ ਕਰ ਸਕਦੇ ਨੇ। ਸੋ ਆਈ ਸਟੱਡੀ ਫॉर ਸਮ ਟਾਈਮ। ਸੋ ਇਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ? ਕੁਝ ਦੇਰ ਪੜ੍ਹਾਈ ਕਰਨ ਤੋਂ ਬਾਅਦ ਫਿਰ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਸਾਨੂੰ ਬ੍ਰੇਕ ਮਿਲ ਜਾਂਦੀ ਹੈ, ਲਾਈਕ ਲੰਚ ਟਾਈਮ ਹੋ ਜਾਂਦਾ ਹੈ, ਜਾਂ ਫਿਰ ਸਾਡੇ ਛੋਟੀ ਜਿਹੀ ਬ੍ਰੇਕ ਹੋ ਜਾਂਦੀ ਹੈ ਜਿਹਦੇ 'ਚ ਅਸੀਂ ਕੁਝ ਪਾਣੀ ਵਗੈਰਾ, ਚਾਹ ਵਗੈਰਾ ਯੂਜ਼ ਕਰ ਸਕਦੇ ਹਾਂ। ਸੋ ਮੈਂ ਕਹਿ ਰਿਹਾ ਹਾਂ, ਸੋ ਥੋੜੀ ਦੇਰ ਪੜ੍ਹਾਈ ਕੀਤੀ ਹੈ, ਉਸ ਤੋਂ ਬਾਅਦ ਫਿਰ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਵਾ। ਸੋ ਤੁਸੀਂ ਕਹਿ ਸਕਦੇ ਹੋ ਦੈਨ ਆਈ ਟੇਕ ਅ ਸ਼ੋਰਟ ਬ੍ਰੇਕ। ਸੋ ਇਸ ਤਰੀਕੇ ਨਾਲ ਅਸੀਂ ਦੱਸਦੇ ਹਾਂ ਕਿਸੇ ਨੂੰ ਵੀ ਕਿ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਹਾਂ, ਸ਼ੋਰਟ ਬ੍ਰੇਕ। ਸ਼ੋਰਟ ਬ੍ਰੇਕ ਲੈ ਰਹੇ ਹਾਂ। ਸ਼ੋਰਟ ਬ੍ਰੇਕ ਵਿੱਚ ਅਸੀਂ ਕੁਝ ਵੀ ਚਾय ਵਗੈਰਾ, ਸਨੈਕਸ ਵਗੈਰਾ, ਕੌਫੀ ਵਗੈਰਾ ਅਸੀਂ ਡਰਿੰਕ ਕਰ ਸਕਦੇ ਹਾਂ, ਲੈ ਸਕਦੇ ਹਾਂ। ਸੋ ਮੀਨਵਾਈਲ ਤੁਸੀਂ ਬੋਲ ਸਕਦੇ ਹੋ ਆਈ ਡਰਿੰਕ ਟੀ, ਆਈ ਟੇਕ ਅ ਕੱਪ ਆਫ ਟੀ, ਆਈ ਟੇਕ ਅ ਕੱਪ ਆਫ ਕੌਫੀ, ਜਾਂ ਫਿਰ ਮੈਂ ਕੁਝ ਕੋਲਡ ਡਰਿੰਕ ਵਗੈਰਾ ਜਾਂ ਕੁਝ ਸਨੈਕਸ ਵਗੈਰਾ ਲੈਣਾ ਹਾਂ। ਸੋ ਡਿਊਰਿੰਗ ਦਿਸ ਬ੍ਰੇਕ ਅਸੀਂ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਹਾਂ। ਸੋ ਦ ਕੰਸੈਪਟ ਇਜ਼ ਡੇਲੀ ਰੂਟੀਨ ਅਸੀਂ ਸਿਰਫ ਇਹੀ ਬੋਲਣਾ ਹੈ ਕਿ ਆਈ ਔਰ ਵਰਬ ਦੀ ਫਸਟ ਫਾਰਮ, ਯਾਨੀ ਕਿ ਆਈ ਐਕਸ਼ਨ, ਆਈ ਐਕਸ਼ਨ, ਆਈ ਐਕਸ਼ਨ। ਜਦੋਂ ਤੁਸੀਂ ਸਿਰਫ ਆਈ ਦੇ ਨਾਲ ਵਰਬ ਦੀ ਫਸਟ ਫਾਰਮ ਦਾ ਇਸਤੇਮਾਲ ਕਰਦੇ ਹੋ, ਦੈਟ ਮੀਨਸ ਕਿ ਤੁਸੀਂ ਦੱਸ ਰਹੇ ਹੋ ਕਿ ਮੈਂ ਰੂਟੀਨ ਵਿੱਚ ਇਹ ਕੰਮ ਕਰਦਾ ਹਾਂ। ਸੋ ਰੋਜ਼ਾਨਾ ਆਲਮੋਸਟ ਐਵਰੀ ਡੇ ਮੈਂ ਇਹ ਕੰਮ ਕਰਦਾ ਹਾਂ। ਸੋ ਫਿਰ ਉਸ ਤੋਂ ਬਾਅਦ ਸ਼ੋਰਟ ਬ੍ਰੇਕ ਖਤਮ ਹੋ ਜਾਂਦੀ ਹੈ, ਫਿਰ ਮੈਂ ਦੁਬਾਰਾ ਕੰਮ ਤੇ ਆ ਜਾਂਦਾ ਹਾਂ ਜਾਂ ਮੈਂ ਦੁਬਾਰਾ ਪੜ੍ਹਾਈ ਸਟਾਰਟ ਕਰ ਦਿੰਦਾ ਹਾਂ। ਸੋ ਤੁਸੀਂ ਕਹਿ ਸਕਦੇ ਹੋ ਦੈਨ ਆਈ। ਹੁਣ ਦੁਬਾਰਾ ਕਿਸੇ ਕੰਮ ਨੂੰ ਕੰਟੀਨਿਊ ਕਰਨਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਉਸ ਚੀਜ਼ ਨੂੰ ਅਸੀਂ ਬੋਲਦੇ ਹਾਂ ਗੈਟ ਬੈਕ। ਗੈਟ ਬੈਕ ਵਰਡ ਇੱਕ ਫਰੇਜ਼ ਹੁੰਦੀ ਹੈ, ਯੂਜ਼ ਕਰ ਸਕਦੇ ਹਾਂ ਆਪਾਂ। ਸੋ ਆਈ ਗੈਟ ਬੈਕ ਟੂ ਵਰਕ ਜਾਂ ਆਈ ਗੈਟ ਬੈਕ ਟੂ ਸਟੱਡੀ। ਜਦੋਂ ਤੁਸੀਂ ਕੋਈ ਬ੍ਰੇਕ ਲੈਣ ਤੋਂ ਬਾਅਦ ਦੁਬਾਰਾ ਕੰਮ ਸ਼ੁਰੂ ਕਰਦੇ ਹੋ, ਜਿਵੇਂ ਅਸੀਂ ਨਾਰਮਲੀ ਕਹਿੰਦੇ ਹਾਂ ਚਲੋ ਕੰਮ ਤੇ ਵਾਪਸ ਚੱਲੀਏ, ਚਲੋ ਕੰਮ ਦੁਬਾਰਾ ਸ਼ੁਰੂ ਕਰਦੇ ਹਾਂ। ਸੋ ਉਸ ਨੂੰ ਇੰਗਲਿਸ਼ ਵਿੱਚ ਕਹਿੰਦੇ ਹਾਂ ਆਈ ਗੈਟ ਬੈਕ ਟੂ ਵਰਕ ਜਾਂ ਫਿਰ ਆਈ ਗੈਟ ਬੈਕ ਟੂ ਸਟੱਡੀ। ਫਿਰ ਥੋੜੀ ਦੇਰ ਫਿਰ ਆਪਾਂ ਅਸੀਂ ਆਪਣਾ ਕੰਮ ਕੰਟੀਨਿਊ ਕਰਦੇ ਹਾਂ। ਫਿਰ ਜਦੋਂ ਅਸੀਂ ਕੰਮ ਲਾਈਕ ਇਨ ਦੀ ਆਫਟਰਨੂਨ ਜਾਂ ਫਿਰ ਇਨ ਦੀ ਈਵਨਿੰਗ ਅਸੀਂ ਕੰਮ ਖਤਮ ਕਰ ਦਿੰਦੇ ਹਾਂ। ਸੋ ਫਿਰ ਕਹਿੰਦੇ ਹਾਂ ਕੰਮ ਖਤਮ ਕਰਨ ਤੋਂ ਬਾਅਦ ਜਾਂ ਫਿਰ ਸਕੂਲ ਖਤਮ ਕਰਨ ਤੋਂ ਬਾਅਦ। ਸੋ ਜਦੋਂ ਅਸੀਂ ਇਸ ਤਰ੍ਹਾਂ ਦਾ ਵਰਡ ਯੂਜ਼ ਕਰਦੇ ਹਾਂ, ਅਸੀਂ ਬੋਲਦੇ ਹਾਂ ਆਫਟਰ। ਸੋ ਆਫਟਰ ਫਿਨਿਸ਼ਿੰਗ ਮਾਈ ਵਰਕ। ਸੋ ਇਹ ਵਾਲੀ ਫਰੇਜ਼ ਵਰਡ ਆਪਾਂ ਯੂਜ਼ ਕਰ ਸਕਦੇ ਹਾਂ। ਸੋ ਆਫਟਰ ਫਿਨਿਸ਼ਿੰਗ ਮਾਈ ਵਰਕ, ਆਫਟਰ ਫਿਨਿਸ਼ਿੰਗ ਮਾਈ ਸਟੱਡੀ ਅਸੀਂ ਕਹਿ ਸਕਦੇ ਹਾਂ ਮੈਂ ਘਰ ਵਾਪਸ ਆ ਜਾਂਦਾ ਵਾਂ, ਆਈ ਕਮ ਬੈਕ ਹੋਮ। ਜਦੋਂ ਵੀ ਅਸੀਂ ਘਰ ਵਾਪਸ ਆਉਂਦੇ ਹਾਂ, ਅਸੀਂ ਡਾਇਰੈਕਟ ਵਰਡ ਬੋਲ ਦਿੰਦੇ ਹਾਂ। ਇਹ ਵਾਲਾ ਸੈਂਟੈਂਸ ਡਾਇਰੈਕਟ ਇੱਦਾਂ ਹੀ ਬੋਲ ਦਿੰਦੇ ਹਾਂ, ਆਈ ਕਮ ਬੈਕ ਹੋਮ। ਸਾਨੂੰ ਕਦੀ ਵੀ ਹੋਮ ਦੇ ਨਾਲ ਟੂ ਪ੍ਰੈਪੋਜੀਸ਼ਨ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਸੋ ਅਸੀਂ ਵਾਪਸ ਆ ਰਹੇ ਹਾਂ, ਆਪਣੇ ਹੀ ਘਰ ਵਾਪਸ ਆ ਰਹੇ ਹਾਂ, ਨੋਰਮਲੀ ਇੱਦਾਂ ਹੀ ਬੋਲ ਦਿੰਦੇ ਹਾਂ। ਅਸੀਂ ਬੋਲਾਂਗੇ ਆਈ ਕਮ ਬੈਕ ਹੋਮ। ਜਦੋਂ ਅਸੀਂ ਕਿਤੇ ਜਾਣਾ ਹੋਵੇ, ਕਿਸੇ ਜਗ੍ਹਾ ਤੇ ਜਾਣਾ ਹੋਵੇ, ਯਾਨੀ ਕਿ ਗੋ ਦਾ ਇਸਤੇਮਾਲ ਕਰਦੇ ਹਾਂ, ਫਿਰ ਅਸੀਂ ਟੂ ਪ੍ਰੈਪੋਜੀਸ਼ਨ ਦਾ ਇਸਤੇਮਾਲ ਕਰ ਸਕਦੇ ਹਾਂ। ਅਦਰਵਾਈਜ਼ ਜਦੋਂ ਅਸੀਂ ਆਪਣੇ ਹੋਮ ਵਰਡ ਯੂਜ਼ ਕਰ ਰਹੇ ਹਾਂ, ਸੋ ਇਹਦੇ ਨਾਲ ਸਾਨੂੰ ਕਦੀ ਵੀ ਟੂ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਸੋ ਆਈ ਕਮ ਬੈਕ ਹੋਮ। ਸੋ ਇਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਘਰ ਪਹੁੰਚਣ ਤੋਂ ਬਾਅਦ ਫਿਰ ਮੈਂ ਆਪਣਾ ਲੰਚ ਕਰਦਾ ਹਾਂ। ਸੋ ਅਗੇਨ ਲੰਚ ਕਰਨ ਦੀ ਇੰਗਲਿਸ਼ ਹੁੰਦੀ ਹੈ ਟੇਕ ਲੰਚ। ਸੋ ਆਈ ਟੇਕ ਲੰਚ। ਸੋ ਇਸ ਤਰੀਕੇ ਨਾਲ ਵੀ ਤੁਸੀਂ ਕਹਿ ਸਕਦੇ ਹੋ ਆਈ ਟੇਕ ਲੰਚ। ਸੋ ਲੰਚ ਕਰਨ ਤੋਂ ਬਾਅਦ ਅਸੀਂ ਕੁਝ ਦੇਰ ਕੋਈ ਰੈਸਟ ਕਰ ਲੈਂਦਾ ਹੈ ਜਾਂ ਫਿਰ ਕੋਈ ਆਪਣੇ ਕੰਮਾਂ ਨੂੰ ਕੰਟੀਨਿਊ ਕਰ ਲੈਂਦਾ ਹੈ। ਸੋ ਜੋ ਪਰਸਨ ਰੈਸਟ ਕਰਦੇ ਨੇ, ਸੋ ਅਸੀਂ ਨੋਰਮਲੀ ਕਹਿ ਸਕਦੇ ਹਾਂ ਲੰਚ ਕਰਨ ਤੋਂ ਬਾਅਦ, ਸੋ ਆਫਟਰ ਟੇਕਿੰਗ ਲੰਚ ਆਈ ਰੈਸਟ ਫॉर ਸਮ ਟਾਈਮ। ਸੋ ਅਸੀਂ ਡਾਇਰੈਕਟ ਇੱਦਾਂ ਵੀ ਬੋਲ ਸਕਦੇ ਹਾਂ ਆਈ ਰੈਸਟ ਫॉर ਸਮ ਟਾਈਮ, ਜਾਂ ਫਿਰ ਅਸੀਂ ਦੂਸਰਾ ਵਰਡ ਵੀ ਯੂਜ਼ ਕਰ ਸਕਦੇ ਹਾਂ ਆਈ ਟੇਕ ਸਮ ਰੈਸਟ।
ਸੋ ਰੈਸਟ ਨੂੰ ਲੈਂਦੇ ਹਾਂ, ਸੋ ਆਈ ਟੇਕ ਸਮ ਰੈਸਟ। ਸੋ ਮੈਂ ਰੈਸਟ ਕਰਦਾ ਹਾਂ, ਸੋ ਆਈ ਟੇਕ ਸਮ ਰੈਸਟ, ਆਈ ਰੈਸਟ ਫॉर ਸਮ ਟਾਈਮ। ਸੋ ਥੋੜੀ ਦੇਰ ਅਸੀਂ ਰੈਸਟ ਵੀ ਕਰ ਲੈਂਦੇ ਹਾਂ, ਸੁਸਤਾ ਲੈਂਦੇ ਹਾਂ। ਕੋਈ ਸ਼ਾਰਟ ਨੈਪ ਲੈ ਲੈਂਦਾ ਹੈ, ਸੋ ਉਹ ਕਹਿ ਸਕਦਾ ਹੈ ਆਈ ਟੇਕ ਅ ਸ਼ਾਰਟ ਨੈਪ। ਸ਼ਾਰਟ ਨੈਪ ਮੀਨਸ ਕਿ ਅਸੀਂ ਕੋਈ 15-20 ਮਿੰਟ ਦੇ ਲਈ ਲਾਈਕ ਥੋੜੇ ਲੇ ਡਾਊਨ ਹੋ ਰਹੇ ਹਾਂ ਬੈੱਡ ਤੇ, ਥੋੜੀ ਦੇਰ ਰੈਸਟ ਕਰ ਰਹੇ ਹਾਂ। ਸੋ ਉਸ ਕੇਸ ਵਿੱਚ ਆਪਾਂ ਕਹਿ ਸਕਦੇ ਹਾਂ ਸੋ ਆਈ ਟੇਕ ਅ ਸ਼ਾਰਟ ਨੈਪ, ਜਾਂ ਫਿਰ ਅਸੀਂ ਬੋਲ ਸਕਦੇ ਹਾਂ ਆਈ ਟੇਕ ਸਮ ਰੈਸਟ। ਸੋ ਰੈਸਟ ਕਰਨ ਤੋਂ ਬਾਅਦ ਸ਼ਾਮ ਨੂੰ ਫਿਰ ਅਸੀਂ ਕੋਈ ਆਪਣੇ ਕੰਮ ਦੁਬਾਰਾ ਸ਼ੁਰੂ ਕਰ ਦਿੰਦੇ ਹਾਂ। ਕੋਈ ਚਾय ਪੀ ਰਿਹਾ ਸ਼ਾਮ ਦੀ, ਸੋ ਅਸੀਂ ਕਹਿ ਸਕਦੇ ਹਾਂ ਆਈ ਟੇਕ ਈਵਨਿੰਗ ਟੀ। ਕੋਈ ਮਾਰਕੀਟ ਜਾ ਰਿਹਾ ਹੈ, ਕੋਈ ਗਰੋਸਰੀ ਵਗੈਰਾ ਖਰੀਦਣ, ਕੋਈ ਵੈਜੀਟੇਬਲਸ ਖਰੀਦਣ, ਸੋ ਜੇ ਮੈਂ ਮਾਰਕੀਟ ਜਾਣਾ ਹਾਂ ਸੋ ਮੈਂ ਕਹਿ ਸਕਦਾ ਹਾਂ ਆਈ ਗੋ ਟੂ ਮਾਰਕੀਟ। ਸੋ ਆਈ ਗੋ ਟੂ ਮਾਰਕੀਟ, ਮੈਂ ਮਾਰਕੀਟ ਜਾਣਾ ਹਾਂ। ਮੈਂ ਕੀ ਕਰਨ ਜਾਣਾ, ਮੈਂ ਕੋਈ ਸਮਾਨ ਵਗੈਰਾ ਖਰੀਦਣ ਜਾਣਾ ਵਾ। ਲੈਟਸ ਸੇ ਮੈਂ ਵੈਜੀਟੇਬਲਸ ਖਰੀਦਣ ਜਾਣਾ ਵਾ, ਸੋ ਆਈ ਗੋ ਟੂ ਮਾਰਕੀਟ ਟੂ ਬਾਏ। ਹੁਣ ਖਰੀਦਣੇ ਦੀ ਇੰਗਲਿਸ਼ ਹੁੰਦੀ ਹੈ ਬਾਏ ਵੈਜੀਟੇਬਲਸ। ਸੋ ਵੈਜੀਟੇਬਲਸ ਦੀ ਜਗ੍ਹਾ ਤੁਸੀਂ ਕੁਝ ਵੀ ਐਸਾ ਨਾउन ਯੂਜ਼ ਕਰ ਸਕਦੇ ਹੋ, ਵਰਡ ਯੂਜ਼ ਕਰ ਸਕਦੇ ਹੋ ਜੋ ਤੁਸੀਂ ਖਰੀਦਣ ਜਾਂਦੇ ਹੋ। ਸੋ ਕੋਈ ਮਾਰਕੀਟ ਵਿੱਚ ਕੋਈ ਸ਼ੋਪਿੰਗ ਕਰਨ ਜਾਂਦਾ ਹੈ, ਸੋ ਬੋਲ ਸਕਦੇ ਹਾਂ ਕੋਈ ਗਰੋਸਰੀ ਖਰੀਦਣ ਜਾ ਰਿਹਾ ਹੈ, ਸੋ ਬੋਲ ਸਕਦਾ ਹੈ ਆਈ ਗੋ ਟੂ ਮਾਰਕੀਟ ਟੂ ਬਾਏ ਗਰੋਸਰੀ। ਤੇ ਕੋਈ ਵੈਜੀਟੇਬਲਸ ਖਰੀਦਣ ਜਾ ਰਿਹਾ ਹੈ, ਕੋਈ ਨਵਾਂ ਮੋਬਾਈਲ ਖਰੀਦਣ ਜਾ ਰਿਹਾ ਹੈ, ਕੋਈ ਕੁਝ ਵੀ ਕੰਮ ਕਰਨ ਜਾ ਰਿਹਾ ਹੈ, ਅਸੀਂ ਇਸ ਤਰੀਕੇ ਨਾਲ ਇਸ ਸੈਂਟੈਂਸ ਦਾ ਇਸਤੇਮਾਲ ਕਰਕੇ ਇੰਗਲਿਸ਼ ਵਿੱਚ ਬੋਲ ਸਕਦੇ ਹਾਂ। ਫਿਰ ਅਸੀਂ ਘਰ ਵਾਪਸ ਆ ਜਾਂਦੇ ਹਾਂ, ਫਿਰ ਅਸੀਂ ਘਰ ਦੇ ਕੁਝ ਕੰਮ ਕਰਦੇ ਹਾਂ, ਜਾਂ ਫਿਰ ਅਸੀਂ ਥੋੜੀ ਦੇਰ ਕੋਈ ਟੀਵੀ ਦੇਖ ਲੈਂਦੇ ਹਾਂ ਜਾਂ ਮਿਊਜ਼ਿਕ ਸੁਣ ਲੈਂਦੇ ਹਾਂ। ਸੋ ਜੇ ਟੀਵੀ ਦੇਖਣਾ ਹੁੰਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਆਈ ਵਾਚ ਟੀਵੀ। ਜੇ ਕੋਈ ਮਿਊਜ਼ਿਕ ਸੁਣਦਾ ਹੈ ਸੋ ਬੋਲ ਸਕਦਾ ਹੈ ਆਈ ਲਿਸਨ ਟੂ ਮਿਊਜ਼ਿਕ। ਕੋਈ ਟੀਵੀ ਵਿੱਚ ਨਿਊਜ਼ ਸੁਣ ਲੈਂਦਾ ਹੈ, ਸੋ ਆਈ ਲਿਸਨ ਟੂ ਦ ਨਿਊਜ਼ ਔਨ ਦ ਟੀਵੀ। ਸੋ ਇਸ ਤਰੀਕੇ ਨਾਲ ਅਸੀਂ ਆਪਣੀ ਡੇਲੀ ਰੂਟੀਨ ਨੂੰ ਕੰਟੀਨਿਊ ਕਰ ਰਹੇ ਹਾਂ। ਫਿਰ ਸ਼ਾਮ ਨੂੰ ਈਵਨਿੰਗ ਦੇ ਟਾਈਮ ਵਿੱਚ ਕੋਈ ਕਿਚਨ ਵਿੱਚ ਕੰਮ ਕਰ ਰਿਹਾ ਹੈ, ਸੋ ਜੇ ਕੋਈ ਫੀਮੇਲ ਹੈ, ਕੋਈ ਲੇਡੀ ਹੈ, ਉਹ ਕਿਚਨ ਵਿੱਚ ਖਾਣਾ ਵਗੈਰਾ ਪ੍ਰਿਪੇਅਰ ਕਰ ਰਹੇ ਨੇ, ਸੋ ਉਹ ਬੋਲ ਸਕਦੇ ਨੇ ਸੋ ਆਈ ਕੁੱਕ ਡਿਨਰ। ਸੋ ਮੈਂ ਡਿਨਰ ਪ੍ਰਿਪੇਅਰ ਕਰਦੀ ਹਾਂ ਜਾਂ ਡਿਨਰ ਕੁੱਕ ਕਰਦੀ ਹਾਂ ਫॉर ਮਾਈ ਫੈਮਿਲੀ। ਡਿਨਰ ਕੁੱਕ ਹੋਣ ਤੋਂ ਬਾਅਦ ਅਸੀਂ ਸਾਰੇ ਇਕੱਠੇ ਹੋ ਕੇ ਲਾਈਕ ਸਾਰੀ ਫੈਮਿਲੀ ਇਕੱਠੇ ਬੈਠ ਕੇ ਡਿਨਰ ਖਾਂਦੇ ਹਾਂ, ਸੋ ਅਸੀਂ ਬੋਲ ਸਕਦੇ ਹਾਂ ਵੀ ਹੈਵ ਡਿਨਰ। ਵੀ ਹੈਵ ਡਿਨਰ ਬੋਲ ਸਕਦੇ ਹਾਂ, ਵੀ ਈਟ ਡਿਨਰ ਬੋਲ ਸਕਦੇ ਹਾਂ, ਜਾਂ ਫਿਰ ਵੀ ਟੇਕ ਡਿਨਰ ਵੀ ਬੋਲ ਸਕਦੇ ਹਾਂ। ਸੋ ਵੀ ਹੈਵ ਡਿਨਰ ਟੂਗੈਦਰ। ਸੋ ਵੀ ਦਾ ਇਸਤੇਮਾਲ ਕੀਤਾ ਹੈ, ਵੀ ਯਾਨੀ ਕਿ ਅਸੀਂ ਸਾਰੇ ਇੱਕ ਫੈਮਿਲੀ ਹੈ, ਅਸੀਂ ਉਹਨਾਂ ਬਾਰੇ ਗੱਲ ਕਰ ਰਹੇ ਹਾਂ। ਸੋ ਉਹ ਵੀ ਵਰਡ ਵਾਸਤੇ ਵੀ ਇਹ ਸਾਰੇ ਸਟਰਕਚਰ ਸੇਮ ਯੂਜ਼ ਹੋ ਸਕਦਾ ਹੈ ਕਿ ਅਸੀਂ ਸਾਰੇ ਸਵੇਰੇ ਜਲਦੀ ਉੱਠਦੇ ਹਾਂ, ਅਸੀਂ ਸਾਰੇ ਸੈਰ ਵਾਸਤੇ ਜਾਂਦੇ ਹਾਂ, ਅਸੀਂ ਸਾਰੇ ਇਕੱਠੇ ਖਾਣਾ ਖਾਂਦੇ ਹਾਂ। ਸੋ ਸੇਮ ਸਟਰਕਚਰ ਆਈ ਐਕਸ਼ਨ ਦਾ ਹੀ ਇਸਤੇਮਾਲ ਹੋਏਗਾ। ਸੋ ਖਾਣਾ ਖਾਣ ਤੋਂ ਬਾਅਦ ਫਿਰ ਕੋਈ ਮੋਬਾਈਲ ਯੂਜ਼ ਕਰ ਰਿਹਾ ਕੁਝ ਦੇਰ ਵਾਸਤੇ, ਕੋਈ ਸੌਂਗਸ ਵਗੈਰਾ ਸੁਣ ਰਿਹਾ ਹੈ, ਕੋਈ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰ ਰਿਹਾ ਹੈ। ਸੋ ਤੁਸੀਂ ਬੋਲ ਸਕਦੇ ਹੋ ਆਫਟਰ ਹੈਵਿੰਗ ਡਿਨਰ। ਸੋ ਆਫਟਰ ਹੈਵਿੰਗ ਡਿਨਰ ਯਾਨੀ ਕਿ ਡਿਨਰ ਤੋਂ ਬਾਅਦ, ਡਿਨਰ ਕਰਨ ਤੋਂ ਬਾਅਦ। ਸੋ ਆਫਟਰ ਹੈਵਿੰਗ ਡਿਨਰ ਮੈਂ ਥੋੜੀ ਦੇਰ ਵਾਸਤੇ ਮੋਬਾਈਲ ਯੂਜ਼ ਕਰਦਾ ਹਾਂ, ਆਈ ਯੂਜ਼ ਮੋਬਾਈਲ ਫॉर ਸਮ ਟਾਈਮ। ਥੋੜੀ ਦੇਰ ਵਾਸਤੇ ਕੋਈ ਮੋਬਾਈਲ ਯੂਜ਼ ਕਰਦਾ ਹੈ, ਕੋਈ ਸੋਸ਼ਲ ਮੀਡੀਆ ਯੂਜ਼ ਕਰਦਾ ਹੈ, ਕੋਈ ਆਪਣੇ ਫਰੈਂਡਸ ਦੇ ਨਾਲ ਗੱਲ ਕਰਦਾ ਹੈ। ਸੋ ਆਈ ਟਾਕ ਟੂ ਮਾਈ ਫਰੈਂਡਸ, I use social media for some time, I use mobile for some time, I use laptop for some time. So ਕੁਝ ਵੀ ਅਸੀਂ ਇਹਦੇ ਵਿੱਚ ਐਡ ਆਨ ਕਰ ਸਕਦੇ ਹਾਂ। ਸੋ I action। ਸੋ ਲਾਸਟ ਵਿੱਚ ਸਾਰੇ ਕੰਮ ਖਤਮ ਕਰਨ ਤੋਂ ਬਾਅਦ ਅਸੀਂ ਬੈੱਡ ਤੇ ਲੇਟ ਜਾਂਦੇ ਹਾਂ, ਲਾਈਕ ਸੌਣ ਦੀ ਤਿਆਰੀ ਕਰ ਲੈਂਦੇ ਹਾਂ। ਸੋ ਲਾਸਟ ਵਿੱਚ ਕਹਿ ਸਕਦੇ ਹੋ ਸੋ ਐਟ ਲਾਸਟ, ਯਾਨੀ ਕਿ ਸਾਰਾ ਕੁਝ ਸਾਰੇ ਦਿਨ ਦੀਆਂ ਕਿਰਿਆਵਾਂ ਖਤਮ ਕਰਨ ਤੋਂ ਬਾਅਦ ਐਟ ਲਾਸਟ I go to, ਜਾਂ ਤੁਸੀਂ ਬੋਲ ਸਕਦੇ ਹੋ I go to bed, ਜਾਂ ਫਿਰ ਤੁਸੀਂ ਬੋਲ ਸਕਦੇ ਹੋ ਆਈ ਗੋ ਟੂ ਸਲੀਪ। ਸੋ ਇਸ ਤਰੀਕੇ ਨਾਲ ਵੀ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਜੋ ਕੀਤੀ ਸੀ ਔਰ ਐਂਡ ਵਿੱਚ ਅਸੀਂ ਲਾਸਟ ਵਿੱਚ ਕਹਿ ਸਕਦੇ ਯਾਨੀ ਕਿ ਮੈਂ ਬੈੱਡ ਤੇ ਲੇਟ ਜਾਣਾ ਹਾਂ। ਦੈਟ ਮੀਨਸ ਕਿ ਮੈਂ ਬੈੱਡ ਤੇ ਹੁਣ ਲੇਟ ਗਿਆ ਹਾਂ, ਸਾਰੇ ਕੰਮ ਫਿਨਿਸ਼ ਹੋ ਗਏ ਨੇ, ਹੁਣ ਜਦੋਂ ਵੀ ਮੈਨੂੰ ਨੀਂਦ ਆਏਗੀ ਮੈਂ ਸੋ ਜਾਵਾਂਗਾ। ਅਦਰਵਾਈਜ਼ ਤੁਸੀਂ ਬੋਲ ਸਕਦੇ ਹੋ ਆਈ ਗੋ ਟੂ ਸਲੀਪ, ਮੈਂ ਸੌਣ ਵਾਸਤੇ ਚਲਾ ਜਾਂਦਾ ਹਾਂ। ਸੋ ਇਸ ਤਰੀਕੇ ਨਾਲ ਅਸੀਂ ਆਪਣੀ ਡੇਲੀ ਰੂਟੀਨ ਦੱਸ ਸਕਦੇ ਹਾਂ, ਇੰਗਲਿਸ਼ ਵਿੱਚ ਐਕਸਪਲੇਨ ਕਰ ਸਕਦੇ ਹਾਂ। ਬਹੁਤ ਹੀ ਈਜ਼ੀ ਹੈ, ਸਿਰਫ ਤੁਸੀਂ ਆਏ ਔਰ ਉਸ ਦੇ ਨਾਲ ਉਹ ਐਕਸ਼ਨ ਲਗਾਉਣਾ ਹੈ, ਉਹ ਕੰਮ ਲਗਾਉਣਾ ਹੈ। ਸੋ ਕੰਡੀਸ਼ਨ ਇੱਥੇ ਹੁਣ ਕੀ ਹੈ, ਤੁਹਾਨੂੰ ਹਰ ਇੱਕ ਐਕਸ਼ਨ ਦੀ ਇੰਗਲਿਸ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਵਰਬ ਪਤਾ ਹੋਣੀ ਚਾਹੀਦੀ ਹੈ। ਜੋ ਵੀ ਕੰਮ ਤੁਸੀਂ ਕਰਦੇ ਹੋ, ਜੋ ਵੀ ਕੰਮ ਤੁਸੀਂ ਇੰਗਲਿਸ਼ ਵਿੱਚ ਦੱਸਣਾ ਚਾਹੁੰਦੇ ਹੋ। ਸੋ ਹੁਣ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, ਨਵੇਂ ਵਰਡਸ ਯੂਜ਼ ਕਰ ਸਕਦੇ ਹੋ, ਨਵੇਂ ਵਰਡਸ ਨੂੰ ਸਿੱਖ ਸਕਦੇ ਹੋ, ਤਾਂ ਕਿ ਜੋ ਵੀ ਤੁਸੀਂ ਆਪਣੀ ਡੇਲੀ ਰੂਟੀਨ ਵਿੱਚ ਇਸ ਕੰਮ ਨੂੰ ਕਰਦੇ ਹੋ, ਤੁਸੀਂ ਉਹਨਾਂ ਨੂੰ ਆਪਣੀ ਡੇਲੀ ਰੂਟੀਨ ਵਿੱਚ ਯੂਜ਼ ਕਰ ਸਕੋ। ਸੋ ਆਈ ਹੋਪ ਤੁਹਾਨੂੰ ਸਮਝ ਆਇਆ ਹੋਗਾ। ਡੇਲੀ ਰੂਟੀਨ ਕਿਸੇ ਨੂੰ ਵੀ ਆਪਣੇ ਬਾਰੇ ਦੱਸਣਾ ਹੋਵੇ, ਸੋ ਇਸ ਤਰੀਕੇ ਦੇ ਨਾਲ ਆਪਾਂ ਬਹੁਤ ਹੀ ਆਸਾਨੀ ਨਾਲ ਆਪਣੀ ਡੇਲੀ ਰੂਟੀਨ ਦੱਸ ਸਕਦੇ ਹਾਂ। ਸੋ ਆਈ ਹੋਪ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਜੇ ਵੀਡੀਓ ਪਸੰਦ ਆਈ ਹੋਏ ਇਹਨੂੰ ਲਾਈਕ ਜ਼ਰੂਰ ਕਰਿਓ। ਜੇ ਤੁਸੀਂ ਸਾਡੇ ਚੈਨਲ ਤੇ ਜਾਂ ਸਾਡੇ ਫੇਸਬੁੱਕ ਪੇਜ ਤੇ
ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਸੋ ਪਲੀਜ਼ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ। ਸੋ ਥੈਂਕ ਯੂ ਸੋ ਮਚ। ਨੈਕਸਟ ਵੀਡੀਓ ਵਿੱਚ ਜ਼ਰੂਰ ਮਿਲਾਂਗੇ। ਥੈਂਕ ਯੂ।